बिस्मिल्लाहिर्रहमानिर्रहीम। आज साड़ी टीम आई जी ईमनाबाद। ईमनाबाद जिला गुजरांवाले का कस्बा है जिहड़ा तारीख के लिहाज नाल मेरा जिला गुजरांवाले सब तो पुराना कस्बा है। ये लाहौर का हमउम्र होना है। इत्थे सिख मजहब के बानी बाबा गुरु नानक महाराज दियां 5-4 यात्रा ने और उन्होंने याद च गुरुद्वारा बने गुरुद्वारा रोड़ी साहब। पाकिस्तान बनने तो पहले इत्थे बड़ा वड्डा विसाखी का मेला लगता सी जिहदे च पूरे पंजाब चों लोग आके उस मेले शामिल होंदे सन। कुश्तियां, कबड्डी, बाजार लगते सन, डंगरां दी खरीदो फरोख्त हुंदी सी। बड़ा मशहूर मेला सी विसाखी का। असी अज कोशिश करांगे तुहानूं इमनाबाद के कुछ तारीखी मकामात विखाइए। इस कस्बे दे नाल एक होर भी गल जुड़ी हुई है। इत्थों दी एक खत्तरी फैमिली दीवान जिन्होंने कहा जाता है, वो अपने इलाके च बड़े मशहूर ते बड़े अमीर ते बड़े बड़े ओहदियां ते सन। दीवान शाहजहां दे दौर च इमनाबाद आए ने। जदों अंग्रेज़ां ने महाराजा रणजीत सिंह दे खानदान की हुकूमत खत्म करके उन्होंने एक माहिदा अमृतसर किया। उस माहिदे के तहत जम्मू के डोगरे जिहड़े ने उन्होंने जम्मू देने का वादा किया। डोगरियां कोल पैसे नहीं सन। 75 लाख रुपए जम्मू कश्मीर माए अफराद फरोख्त करने का मुआहदा होया। डोगरियां ने 75 लाख रुपया
ਏਮਨਾਬਾਦ ਦੇ ਦੀਵਾਨਾਂ ਕੋਲੋਂ ਲਿਆ। ਇਸ ਸ਼ਰਤ ਤੇ ਦੀਵਾਨਾਂ ਨੇ ਦਿੱਤਾ ਕਿ ਜੰਮੂ ਕਸ਼ਮੀਰ ਦੇ ਮੁxtਲਿਫ ਅਹੁਦੇ ਵੀ ਸਾਡੇ ਖਾਨਦਾਨ ਨੂੰ ਦਿੱਤੇ ਜਾਣਗੇ ਤੇ ਜੰਮੂ ਕਸ਼ਮੀਰ ਜਿਹੜਾ ਰੈਵਨਿਊ ਹੈ ਉਹਦੇ ਚੋਂ 4 ਆਨੇ ਅਸੀਂ ਲਵਾਂਗੇ। 1947 ਤੱਕ ਇਹ ਸਿਲਸਿਲਾ ਜਾਰੀ ਰਿਹਾ। ਏਮਨਾਬਾਦ ਦੇ ਅੰਦਰ ਵੱਡੀਆਂ ਵੱਡੀਆਂ ਹਵੇਲੀਆਂ ਦੀਵਾਨਾਂ ਦੀਆਂ, ਇਹਦੇ ਨਾਲ ਹੀ ਸੜਕ ਗੁਜ਼ਰਦੀ ਜਿਹੜੀ ਸਿਆਲਕੋਟ ਜਾਂਦੀ, ਸਿਆਲਕੋਟ ਤੋਂ ਜੰਮੂ ਜਾਂਦੀ ਹੈ, ਉਹਨੂੰ ਦੀਵਾਨਾਂ ਵਾਲੀ ਸੜਕ ਕਹਿੰਦੇ ਨੇ। ਤੇ ਅੱਜ ਅਸੀਂ ਇੱਥੇ ਕੋਸ਼ਿਸ਼ ਕਰਾਂਗੇ ਤੁਹਾਨੂੰ ਇਹਦੀਆਂ ਪੁਰਾਣੀਆਂ ਇਮਾਰਤਾਂ ਦਿਖਾਈਏ ਤੇ ਕੁਝ ਬਜ਼ੁਰਗ ਸਾਨੂੰ ਮਿਲ ਜਾਣ ਜਿਨ੍ਹਾਂ ਨਾਲ ਗੁਫ਼ਤਗੂ ਕਰੀਏ। ਇਹ 2 ਇਤਿਹਾਸ ਨੇ ਇਹਦੇ। ਬਾਬਰ ਨੇ ਵੀ ਇੱਥੇ ਪੜਾਅ ਕੀਤਾ ਏਮਨਾਬਾਦ 'ਚ। ਏਮਨਾਬਾਦ ਮੇਰੀ ਮਾਲੂਮਾਤ ਦੇ ਮੁਤਾਬਕ ਇਹਦਾ ਪਹਿਲਾ ਨਾਮ ਕੁਝ ਹੋਰ ਸੀ। ਬਾਬਰ ਨੇ ਜਦੋਂ ਇੱਥੇ ਪੜਾਅ ਕੀਤਾ, ਇੱਥੇ ਹੀ ਉਹਦਾ ਟਕਰਾਅ ਬਾਬਾ ਗੁਰੂ ਨਾਨਕ ਮਹਾਰਾਜ ਨਾਲ ਵੀ ਹੋਇਆ ਤੇ ਉਹਨੇ ਇਹਦਾ ਨਾਮ ਏਮਨਾਬਾਦ ਰੱਖਿਆ। ਪਾਕਿਸਤਾਨ ਬਣਨ ਤੋਂ ਬਾਅਦ ਇਹ ਕਸਬਾ ਜਿਹੜਾ ਇੰਨੀ ਤਰੱਕੀ ਨਾ ਕਰ ਸਕਿਆ, ਸੜਕ ਤੋਂ ਦੂਰ ਸੀ। ਹੁਣ ਇਹ ਕਸਬਾ ਜਿਹੜਾ ਦੀਵਾਨਾਂ ਵਾਲੀ ਸੜਕ ਦੁਬਾਰਾ ਬਣਨ ਨਾਲ ਕਾਫੀ ਤਰੱਕੀ ਕਰ ਗਿਆ ਤੇ ਅਸੀਂ ਏਮਨਾਬਾਦ ਦੇ ਵਿੱਚ ਦਾਖਲ ਹੋ ਗਏ ਜੀ। ਸਾਹਮਣੇ ਇੱਕ ਦਰਵਾਜ਼ਾ ਹੈ, ਉਹ ਦਰਵਾਜ਼ਾ ਤੋਂ ਦਿਖਾਉਂਦੇ ਜੀ। अस्सलामुअलैकुम। ਏਮਨਾਬਾਦ ਅਸੀਂ ਆਏ ਜੀ ਤੇ ਸਾਡੇ ਅਜ਼ੀਜ਼ ਨੇ ਰਾਣਾ ਸ਼ਮੀਮ ਅਹਿਮਦ ਖਾਨ ਸਾਹਿਬ, ਇਹਨਾਂ ਦੇ ਬਜ਼ੁਰਗ ਕਾਕੜੇ ਤੋਂ ਆਏ ਨੇ। ਇਹਨਾਂ ਕੋਲੋਂ ਥੋੜੀ ਜਿਹੀ ਮਾਲੂਮਾਤ ਲੈਣੇ। ਅਸੀਂ ਹੁਣ ਏਮਨਾਬਾਦ ਦਾਖਲ ਹੋਣ ਲੱਗੇ ਇਹਨਾਂ ਦੀ ਰਹਿਨਮਾਈ। ਰਾਣਾ ਸਾਹਿਬ, ਏਮਨਾਬਾਦ 'ਚ ਕਿੰਨੇ ਦਰਵਾਜ਼ੇ ਨੇ? ਦਰਵਾਜ਼ੇ ਤੇ ਮਾਸ਼ਾਅੱਲਾ ਪਹਿਲੇ 3 ਸੀ ਜੀ। ਅੱਛਾ। ਹੁਣ ਮੌਜੂਦਾ ਹਾਲਾਤ ਸਿਰਫ ਇੱਕ ਰਹਿ ਗਿਆ। ਇਹਨਾਂ ਦਰਵਾਜ਼ਿਆਂ ਦੇ ਰਾਣਾ ਸਾਹਿਬ ਕੋਈ ਨਾਮ ਵੀ ਨਹੀਂ? ਨਾਮ ਇੱਕ ਤੇ ਦੁਆਰਾ ਮਹੱਲੇ ਦਾ ਦਰਵਾਜ਼ਾ ਜਿਹਨਾਂ ਦਾ ਉਹ ਵੀ ਖਤਮ ਹੋ ਰਿਹਾ, ਲੇਕਿਨ ਆ ਮੇਨ ਅੱਡੇ ਦਾ ਦਰਵਾਜ਼ਾ ਬਾਜ਼ਾਰ ਦਾ ਜਿਹੜਾ ਲਿੰਕ ਕਰਦਾ ਸੀ ਦੀਵਾਨਾਂ ਦੀ ਹਵੇਲੀਆਂ ਤੱਕ। ਇਹ ਦਰਵਾਜ਼ਾ ਦੀਵਾਨਾਂ ਦੀਆਂ ਹਵੇਲੀਆਂ ਤੱਕ ਲਿੰਕ ਕਰਦਾ। ਤੇ ਰਾਣਾ ਸਾਹਿਬ, ਇਸ ਕਸਬੇ 'ਚ ਮਹੱਲੇ ਵੀ ਪੁਰਾਣੇ ਨੇ, ਉਹਨਾਂ ਦੇ ਕੋਈ ਨਾਮ ਹੈ? ਹਾਂਜੀ। ਕੀ ਨਾਮ ਹੈ? ਮਹੱਲੇ ਇੱਥੇ ਇੱਕ ਤੇ ਜਿਹੜਾ ਮੇਨ ਕਿਹੜਾ ਜਾਂਦਾ ਮਹੱਲਾ ਉਹ ਦੀਵਾਨਾਂ ਦਾ ਮਹੱਲਾ ਕਿਹਾ ਜਾਂਦਾ। ਅੱਛਾ। ਫਿਰ ਜੀ ਇੱਥੇ ਜੋ ਦੂਸਰਾ ਮਹੱਲਾ ਕਾਜ਼ੀ ਗੇਟ ਜੇ। ਅੱਛਾ। ਫਿਰ ਮਹੱਲਾ ਲੋਹਾਰਾ ਜਿੱਥੇ ਪੁਰਾਣਾ ਦਰਵਾਜ਼ਾ ਜੇ। ਅੱਛਾ। ਤੇ ਬਾਕੀ ਸਾਰੇ ਮੁਹੱਲੇ ਨਵੇਂ ਨੇ। ਕਾਜ਼ੀ ਮਹੱਲਾ ਕੱਕੇ ਦਈਆਂ ਦਾ ਉਹ ਵੀ ਪੁਰਾਣਾ। ਉਹਦੀ ਵੀ ਹਿਸਟਰੀ ਆਇਆ ਕਿ ਉਹਦੇ ਵਿੱਚ ਪਾਕਿਸਤਾਨ ਦੇ ਬਿਹਤਰੀਨ ਅਦਾਕਾਰਾਂ ਦੇ ਘਰ। ਪਾਕਿਸਤਾਨ ਦੇ ਬਿਹਤਰੀਨ ਅਦਾਕਾਰਾਂ ਦੇ ਘਰ ਨੇ। ਹਾਂਜੀ। ਕਿਹੜੇ ਕਿਹੜੇ ਅਦਾਕਾਰ ਏਮਨਾਬਾਦ ਦੇ ਵਿੱਚ? ਬੁਸ਼ਰਾ ਅੰਸਾਰੀ। ਅੱਛਾ। ਤੇ ਇੱਕ ਟੀਵੀ ਨੇ ਉਹਦੇ ਸਾਹਮਣੇ ਬਿਲਡਿੰਗ ਹੈ ਉਹਨਾਂ ਦੇ ਅਨਵਰ ਮਕਸੂਦ ਫਾਤਮਾ ਪ੍ਰੋਜੈਕਟ ਬੱਚਿਆਂ ਦੀ ਫੈਮਿਲੀ ਰਿਲੇਟਡ ਨੇ। ਹਾਂਜੀ, ਉਹ ਨੇ ਜੀ। ਤੇ ਫਿਰ ਉੱਥੇ ਜਿਸ ਵਕਤ ਕਿਤਾਬ ਲਿਖੀ ਗਈ ਸੀ ਨਾ, ਰਾਜਪਾਲ ਗੁਸਤਾਖ ਨੇ ਲਿਖੀ ਸੀ, ਉਹ ਬਿਲਡਿੰਗ ਅੱਜ ਵੀ ਮੌਜੂਦ ਹੈ। ਅੱਛਾ। ਉਹਦਾ ਜਿਹਨੂੰ ਗਾਜ਼ੀ ਅਬਦੁਰ ਰਹਿਮਾਨ ਨੇ ਸ਼ਹੀਦ ਕੀਤਾ ਸੀ ਨਾ, ਗਾਜ਼ੀ ਇਲਮੁਦੀਨ ਸ਼ਹੀਦ।
ਜਿਸ ਜਗ੍ਹਾ ਤੇ ਇਸ ਜਗ੍ਹਾ ਤੇ ਵੇ ਬੁੱਕ ਲਿਖੀ ਗਈ ਸੀ ਨਾ, ਅੱਛਾ, ਉਹ ਅੱਜ ਵੀ ਬਿਲਡਿੰਗ ਮੌਜੂਦ ਹੈ ਇਮਨਾਬਾਦ ਬਾਜ਼ਾਰ ਦੇ ਵਿੱਚ। ਤੇ ਅਸੀਂ ਰਾਣਾ ਸਾਹਿਬ ਤੁਹਾਡੇ ਨਾਲ ਚੱਲਦੇ ਹਾਂ ਜੀ, ਤੁਹਾਡੇ ਨਾਲ ਗੁਫ਼ਤਗੂ ਕਰਦੇ ਹਾਂ। ਆਓ ਜੀ ਰਾਣਾ ਸਾਹਿਬ ਦੇ ਨਾਲ ਚੱਲੀਏ। ਹਾਂਜੀ ਡਾਕਟਰ ਇਮਨਾਬਾਦ ਦਾ ਮੇਨ ਦਰਵਾਜ਼ਾ ਹੈ ਜੀ, ਬਾਬੇ ਅਬੂ ਬਕਰ ਸਦੀਕ। ਬਾਬੇ ਅਬੂਕਰ ਸਦੀਕ। ਰਾਣਾ ਸਾਹਿਬ ਇਹ ਪੁਰਾਣਾ ਬਾਜ਼ਾਰ ਇਹ ਹੀ ਹੈ, ਹਾਂਜੀ, ਇਹਦੇ 'ਚ ਕੋਈ ਪੁਰਾਣੀ ਦੁਕਾਨ ਹੈ ਜੀ? ਦੁਕਾਨਾਂ ਹੈ ਨੇ ਜੀ, ਲੇਕਿਨ ਸਾਰੀਆਂ ਦੁਬਾਰਾ ਅੱਛਾ ਅੱਛਾ। ਇਹਦੇ 'ਚ ਕੋਈ ਪੁਰਾਣੇ ਹਕੀਮ ਕੋਈ ਐਸਾ ਜਿਹੜੇ ਪਾਕਿਸਤਾਨ ਬਣਨ ਤੋਂ ਪਹਿਲਾਂ ਇੱਥੇ ਕੰਮ ਕਰਦੇ ਹੋਣ, ਦੁਕਾਨ ਕਰਦੇ। ਬਿਸਮਿल्लाहिर्रहमानिर्रहीम। ਵੰਡ ਪੰਜਾਬ ਦੀ 1947 ਦੇ ਹਵਾਲੇ ਨਾਲ ਅੱਜ ਅਸੀਂ ਏਮਨਾਬਾਦ ਆਏ ਹਾਂ। ਮੇਰੇ ਨਾਲ ਨੇ ਸਹੇਲ ਅਹਿਮਦ ਪੱਟੀ ਸਾਹਿਬ, ਰਾਣਾ ਸਮਾਨ ਤੇ ਵਾਸੇ ਰਾਣਾ। ਏਮਨਾਬਾਦ ਜ਼ਾਹਿਰ ਹੈ ਬੜਾ ਤਾਰੀਖੀ ਕਸਬਾ ਹੈ ਗੁਜਰਾਂਵਾਲੇ ਦਾ, ਔਰ ਇਹ ਜਿਹੜਾ ਇਹਦੀ ਤਾਰੀਖ ਜਿਹੜੀ ਕਦੀਮ, ਉਹ ਸਾਡੇ ਕੋਲ ਇੱਕ ਸਾਡੇ ਦੋਸਤ ਆਏ ਨੇ ਸਿਆਲਵੀ ਸਾਹਿਬ, ਉਹਨਾਂ ਨੇ ਬੜੀ ਰਿਸਰਚ ਕੀਤੀ ਹੈ ਇਸ ਕਸਬੇ 'ਤੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਤੇ ਮੇਰੇ ਨਾਲ ਨੇ ਮੇਰੇ ਅਜ਼ੀਜ਼ ਵੀ ਨੇ, ਇਹਨਾਂ ਦਾ ਪਿਛੋਕੜ ਜਿਹੜਾ ਕਾਕੜਾ ਪਟਿਆਲੇ 'ਚ ਪਿੰਡ ਸੀ ਕਾਕੜਾ, ਬੜਾ ਮਸ਼ਹੂਰ। ਇਹਨਾਂ ਕੋਲ ਇੱਕ ਬੜੀ ਅੱਛੀ ਵਾਕਿਆ ਸਿੱਖਾਂ ਦਾ ਜਿਹੜਾ ਗ੍ਰੰਥ ਹੈ, ਗ੍ਰੰਥ ਸਾਹਿਬ, ਉਹਦੀ ਇਹਨਾਂ ਦੀ ਫੈਮਿਲੀ ਨੇ ਹਿਫਾਜ਼ਤ ਕੀਤੀ, ਫਿਰ ਉਹਨਾਂ ਤੱਕ ਪਹੁੰਚਾਇਆ। ਤੇ ਅਸੀਂ ਰਾਣਾ ਸਾਹਿਬ ਕੋਲੋਂ ਸਾਰੀ ਗੱਲਬਾਤ ਵੀ ਸੁਣਾਂਗੇ, ਥੋੜ੍ਹਾ ਜਿਹਾ ਇਹਨਾਂ ਦੇ ਪਿਛਲੇ ਪਿੰਡ ਦੇ ਬਾਰੇ ਵੀ ਗੱਲ ਕਰਾਂਗੇ। अस्सलाम वालेकुम जी राणा साहब। ਤੁਹਾਡਾ ਇਸਮ ਮੁਬਾਰਕ ਜੀ? मेरा मोहम्मद उस्मान खान जी। अच्छा। इंडिया साडा गांव काकड़ा जी, तहसील भवानीगढ़ अच्छा जी, रियासत पटियाला जी। ਤੇ ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਸੀ? वालिद साहब का नाम दिलशाद खान जी, और मेरे दादा का नाम अब्दुल रज़ाक खान सी। ਅਬਦੁਲ ਰਜ਼ਾਕ। ਤੁਸੀਂ ਰਾਜਪੂਤ ਹੋ जी, बरियार राजपूत। ਬਰਿਆ ਰਾਜਪੂਤ। ਤੇ ਰਾਣਾ ਸਾਹਿਬ ਤੁਹਾਡਾ ਜਿਹੜਾ ਪਿੰਡ ਕਾਕੜਾ ਹੈ ਜੀ, ਕਿਉਂਕਿ ਤੁਹਾਡੀ ਤੇ ਪਦੈਸ਼ ਇੱਥੋਂ ਦੀ ਹੋਣੀ जी पाकिस्तान दी। ਤੇ ਤੁਹਾਡੇ ਬਜ਼ੁਰਗਾਂ ਨੇ ਕੋਈ ਦੱਸਿਆ ਹੋਵੇ ਕਿ ਉਸ ਪਿੰਡ 'ਚ ਜਿਹੜਾ ਜਦੋਂ ਪਾਰਟੀਸ਼ਨ ਹੋਈ ਹੈ, ਸੁਣਨ 'ਚ ਆਇਆ ਕਿ ਉੱਥੇ ਬੜਾ ਕੋਈ ਕਤਲ ਗਾਰਤ ਹੋਈ ਸੀ, जी इसी तरह। ਉਹਦੇ ਬਾਰੇ ਕੋਈ ਤੁਹਾਨੂੰ ਮਾਲੂਮਾਤ ਹੈ ਤਾਂ ਸਾਨੂੰ ਦੱਸੋ ਜੀ। हाँ जी, बल्कि अगर ज़्यादा नुकसान जोड़ा जी या मामला तो काकड़ा उसी इलाके 'ਚ ਹੀ ਹੋਇਆ जी। ਅੱਛਾ ਜੀ। और दस दें कि बहुत ज़्यादा ਜਿਹੜੇ ਫਸਾਦਾਤ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੀ ਬਲਕਿ ਕਾਕੜੇ ਦੇ ਲੋਕਾਂ ਦਾ ਹੋਇਆ ਜੀ। ਅੱਛਾ ਜੀ। ਜੀ, ਕੋਈ ਵਾਕਿਆ ਉਹਨਾਂ ਨੇ ਐਸਾ ਦੱਸਿਆ ਹੋਵੇ ਕਿ ਤੁਹਾਡੇ ਪਿੰਡ 'ਤੇ ਕੋਈ ਹਮਲਾ ਹੋ ਗਿਆ ਹੋਵੇ, ਉੱਥੇ ਲੋਕ ਕਿਤੇ ਇੱਕ ਜਗ੍ਹਾ ਜਮ੍ਹਾਂ ਹੋ ਗਏ ਹੋਣ ਤੇ ਉੱਥੇ ਕੋਈ ਨੁਕਸਾਨ ਹੋ ਗਿਆ ਹੋਵੇ? ਹਾਂਜੀ, ਉਹ ਜਿਸ ਵਕਤ ਕਾਕੜੇ ਤੋਂ ਨਿਕਲ ਕੇ ਜ਼ਿਆਦਾ ਜਿਹੜੀ ਗੱਲਾਂ ਸੁਣੀਆਂ ਸੀ, ਉਹ ਮਹਾਰਾਣਾ ਵਾਲਾ ਪੁੱਲ ਹੈ ਜਿਹੜਾ ਨਾ ਜੀ, ਜੀ। ਮਹਾਰਾਣਾ ਪੁੱਲ ਪਰ ਆ ਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਅੱਛਾ ਉੱਥੇ ਹੀ ਅਟੈਕ ਹੋਏ, ਉੱਥੇ ਹੀ ਜ਼ਿਆਦਾ ਨੁਕਸਾਨਾਤ ਹੋਏ। ਅੱਛਾ ਅੱਛਾ। ਤੁਸੀਂ ਸਾਨੂੰ ਇੱਕ ਗੱਲ ਸੁਣਾਉਂਦੇ ਸੋ ਪਏ, ਮੈਂ ਪਹਿਲਾਂ ਵੀ ਤੁਹਾਡੇ ਕੋਲ ਸੁਣੀ ਹੈ, ਤੁਹਾਡੇ ਵਾਲਿਦ ਸਾਹਿਬ ਨੂੰ ਇੱਕ ਵਾਕਿਆ ਪੇਸ਼ ਆਇਆ ਕਿ ਉਹਨਾਂ ਦੇ ਹੱਥ ਸਿੱਖਾਂ ਦੀ ਜਿਹੜੀ ਇਹ ਕਿਤਾਬ ਹੈ, ਜੀ ਉਹਨਾਂ ਦੀ ਮਜ਼ਹਬੀ ਕਿਤਾਬ, ਜੀ, ਉਹ ਉਹਨਾਂ ਦੇ ਹੱਥ ਆ ਗਈ ਔਰ ਫਿਰ ਇੱਕ ਸਿਲਸਿਲਾ ਕਾਫੀ ਲੰਬਾ ਚੱਲਿਆ, ਉਹ ਤੇ ਜ਼ਰਾ ਸਾਨੂੰ ਸੁਣਾਓ। ਹਾਂਜੀ, ਉਹ ਮੇਰੇ ਦਾਦਾ ਅਬਦੁਲ ਰਜ਼ਾਕ ਖਾਨ ਸਬਜ਼ਨ ਜੀ, ਉਹਨਾਂ ਨੇ ਦੇਖਿਆ ਕਿ ਕੋਈ ਦੁਕਾਨਦਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨੂੰ ਫਾੜ ਕੇ ਕੋਈ ਉਹਦੀ ਚੀਜ਼ ਸੇਲ ਕਰਨਾ ਚਾਹ ਰਿਹਾ ਸੀ। ਉਹਨਾਂ ਨੇ ਉਹਨੂੰ ਕਿਹਾ ਕਿ ਯਾਰ ਇਹ ਆਪਣਾ ਇਹਦੇ ਨਾਲ ਉਹਨਾਂ ਦੀ ਦਿਲ ਆਜ਼ਾਰੀ ਹੋਏਗੀ ਸਿੱਖ ਕਮਿਊਨਿਟੀ ਦੀ, ਜੀ ਜੀ। ਤੁਸੀਂ ਉਹਨਾਂ ਨੇ ਉਹਨਾਂ ਕੋਲੋਂ ਉਹ ਖਰੀਦ ਕੇ ਜੀ ਉਹਨੂੰ ਰੱਖਿਆ, ਔਰ ਕਮ ਅਜ਼ ਕਮ ਤਕਰੀਬਨ ਕੋਈ 50 ਸਾਲ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਸਾਡੇ ਇੱਥੇ ਕਰ ਰਹੀ ਹੈ ਜੀ, ਜਿੱਥੇ ਅਸੀਂ ਬੈਠੇ ਹਾਂ। ਜਿੱਥੇ ਅਸੀਂ ਬੈਠੇ ਹਾਂ। ਅੱਛਾ। ਔਰ ਤਕਰੀਬਨ ਹਰ ਸਾਲ ਜਿਹੜੇ ਸਿੱਖ ਯਾਤਰੀ ਇੰਡੀਆ ਤੋਂ ਗੁਰਦੁਆਰਾ ਅਹਿਮਦਾਬਾਦ ਸਾਹਿਬ ਤਸ਼ਰੀਫ ਲਿਆਉਂਦੇ ਸਨ ਜੀ ਜੀ, ਉਹ ਬਹੁਤ ਜ਼ਿਆਦਾ ਲੋਕ ਜਾਣਦੇ ਹੋਣਗੇ ਉਹਨਾਂ ਨੂੰ, ਮੇਰੇ ਵਾਲਿਦ ਸਾਹਿਬ ਨੂੰ ਮਿਲਦੇ ਸਨ ਔਰ ਜ਼ਿਆਰਤ ਕਰਨ ਵਾਸਤੇ ਆਉਂਦੇ ਸਨ। ਅੱਛਾ ਅੱਛਾ ਅੱਛਾ। ਔਰ ਬਾਅਦ ਦੇ ਵਿੱਚ ਉਹ ਫਿਰ ਉਹ ਕਿਤਾਬ ਉਹਨਾਂ ਨੇ ਆਪਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਰੀਏ ਉਹ ਆਪਣਾ ਸਿੱਖ ਕਮਿਊਨਿਟੀ ਨੂੰ ਡੋਨੇਟ ਸਪੋਰਟ ਕਰਨੀ। ਤੁਸੀਂ ਗੱਲ ਸੁਣਾਉਂਦੇ ਸੋ ਪਏ ਕਿ ਜਦੋਂ ਉਹ ਉਹਨਾਂ ਨੇ ਲੈਣ ਦਾ ਤੇ ਰੱਖ ਲਿਆ ਜੀ, ਤੇ ਉਹਦਾ ਫਿਰ ਜਿਹੜਾ ਪਹਿਲੀ ਦਫਾ ਕਿਸ ਤਰ੍ਹਾਂ ਪਤਾ ਲੱਗਾ ਕਿ ਉਹ ਤੁਹਾਡੇ ਘਰ ਪਈ? ਉਹ
ਇੱਥੇ ਘਰ ਜਿਸ ਵਕਤ ਪਈ ਸੀ ਇੱਕ ਸਰਦਾਰ ਸਾਹਿਬ, ਸਰਦਾਰ ਸਰਵਾਨ ਸਿੰਘ ਭਾਰਾ ਉਹਨਾਂ ਦਾ ਨਾਮ ਸੀ ਜੀ। ਜੀ ਜੀ। ਉਹ ਪਹਿਲੀ ਦਫਾ ਤਸ਼ਰੀਫ ਲਿਆਏ। ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਜੀ ਅਗਰ ਤੁਸੀਂ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਜ਼ਿਆਰਤ ਕਰਨੀ ਹੈ ਤਾਂ ਤੁਸੀਂ ਉਧਰ ਚਲੇ ਜਾਓ। ਅੱਛਾ ਜੀ। ਉਹ ਜਿਸ ਵਕਤ ਤਸ਼ਰੀਫ ਲਿਆਏ ਤੇ ਉਹ ਕਿਤਾਬ ਜਿੱਥੇ ਪਈ ਸੀ ਨਾ ਜੀ, ਉਹ ਜਗ੍ਹਾ ਸਾਫ਼ ਸੁਥਰੀ ਨਹੀਂ ਸੀ ਹੈਗੀ, ਅਲਮਾਰੀ ਜਿਹੜੀ ਗਰਦਾਲੂਦ ਸੀ ਜੀ। ਜੀ ਜੀ। ਮੇਰੇ ਵਾਲਿਦ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਯਾਰ ਤੂੰ ਅਗਰ ਇਹਦੇ ਵਾਸਤੇ ਕੱਲ੍ਹ ਅਗਰ ਤੂੰ ਆ ਜਾਏ ਹਾਂ ਹਾਂ, ਤੇ ਮੈਂ ਉਹਨੂੰ ਕਿਤੇ ਆਪਣਾ ਨਿਕਲਵਾ ਕੇ ਰੱਖਾਂਗਾ, ਦੂਰ ਪਈ ਹੈ ਕਿਤੇ, ਮੈਂ ਕਢਵਾ ਲਾਂਗਾ ਸਵੇਰ ਤੱਕ। ਜੀ ਜੀ ਜੀ। ਉਹਨਾਂ ਨੇ ਫਿਰ ਉਸ ਕਿਤਾਬ ਦੀ ਰਾਤੋਂ ਰਾਤ ਜਿਹੜਾ ਉਹਨੂੰ ਜਿਲਦ ਕਰਵਾਇਆ ਜੀ, ਉਹਦੇ ਵਾਸਤੇ ਬਾਕਸ ਬਣਵਾਇਆ ਜੀ। ਜਿਸ ਤਰ੍ਹਾਂ ਕਿ ਉਹ ਸਿੱਖ ਕਮਿਊਨਿਟੀ ਉਹਨਾਂ ਨੂੰ ਰੱਖਦੇ ਆ, ਉਸ ਤਰ੍ਹਾਂ ਉਹਨਾਂ ਨੂੰ ਕਿਤਾਬ ਨੂੰ ਉਸੇ ਤਰ੍ਹਾਂ ਰੱਖਿਆ ਜੀ। ਉਹ ਫਿਰ ਜਿਸ ਦਿਨ ਅਗਲੇ ਦਿਨ ਉਹ ਤਸ਼ਰੀਫ ਲਿਆਏ, ਉਹਨਾਂ ਨੇ ਦੇਖਿਆ, ਬੜੇ ਖੁਸ਼ ਹੋਏ ਦੇਖ ਕੇ ਉਹਨੂੰ ਰੱਖਣ ਦੇ ਅੰਦਾਜ਼ ਨਾਲ। ਉਹਨਾਂ ਨੇ ਫਿਰ ਉਹ ਵਿਜ਼ਟਰਸ ਬੁੱਕ ਦੇ ਵਿੱਚ ਉੱਥੇ ਲਿਖ ਦਿੱਤਾ ਕਿ ਅਗਰ ਕਿਸੇ ਨੇ ਉਹਦੀ ਕਿਤਾਬ ਦੀ ਜ਼ਿਆਰਤ ਕਰਨੀ ਹੈ ਤਾਂ ਉੱਥੇ ਚਲਾ ਜਾਏ ਅਹਿਮਦਾਬਾਦ ਜੀ। ਅੱਛਾ। तो फिर वो काफ़ी अहबाब दोस्त मेरे वालिद को तशरीफ लियाते सन जी, और वो ज़ियारत वास्ते ਤੁਸੀਂ ਉਹ ਜਿਹੜੇ ਸਰਦਾਰ ਸਾਹਿਬ ਆਏ ਸਨ जी ਉਹਨਾਂ ਨੇ ਫਿਰ ਵਿਜ਼ਟਰ ਬੁੱਕਸ ਜਾ ਕੇ ਨਨਕਾਣਾ ਸਾਹਿਬ ਲਿਖ ਦਿੱਤਾ। जी ਉਹਨਾਂ ਦੀ ਨਿਸ਼ਾਨਦੇਹੀ ਤੇ जी ਫਿਰ ਲੋਕ ਆਉਣ ਲੱਗ हाँ ਗਏ। जी। ਇਹ ਸਿਲਸਿਲਾ ਰਾਣਾ ਸਾਹਿਬ ਕਿੰਨੀ ਦੇਰ ਤੱਕ ਜਾਰੀ ਰਿਹਾ? ਇਹ ਕਿਤਾਬ ਸਾਡੇ ਘਰ 'ਚ 58 'ਚ ਆਈ ਸੀ ਜੀ, ਅੱਛਾ। और मेरा ख्याल है कि 2008 'ਚ ਜਾਂ 9 'ਚ ਉਹ ਕਿਤਾਬ ਜਿਹੜੀ ਹੈ ਨਾ ਜੀ, ਉਹ ਗਾਲਬਨ ਉਹ ਆਪਣਾ ਉਹਨਾਂ ਨੇ ਉਹਨਾਂ ਸਪੁਰਦ ਜੀ ਕੀਤੀ। ਕਰੀ। ਉਦੋਂ ਇੰਨੇ ਅਰਸੇ 'ਚ ਜੀ ਜੀ ਫਿਰ ਤੁਹਾਡੇ ਘਰ 'ਚ ਜਿੰਨੇ ਲੋਕ ਪਾਕਿਸਤਾਨ 'ਚ ਆਉਂਦੇ ਸਨ ਜੀ। ਉਹਨਾਂ 'ਚੋਂ ਅਕਸਰੀਅਤ ਫਿਰ ਇੱਥੇ ਆਉਂਦੀ ਸੀ? हाँ जी, वो अगर अहमदाबाद गुरुद्वारा च अगर आते सन ना जी, अपना गुरुद्वारा रोड़ी साहब जी, ਜੀ ਜੀ। वो फिर ਇੱਥੇ अहमदाबाद ਜਦੋਂ ਗੁਰਦੁਆਰਾ ਆਉਂਦੇ ਸਨ ਫਿਰ ਮੇਰੇ ਵਾਲਿਦ ਸਾਹਿਬ ਕੋਲ ਵੀ ਜ਼ਰੂਰ ਹੋ ਕੇ ਜਾਂਦੇ ਸੀ ਅੱਛਾ ਅੱਛਾ ਅੱਛਾ। ਜੀ। ਤੇ ਇਹ ਫਿਰ ਜਦੋਂ ਤੁਸੀਂ ਗੱਲ ਸੁਣਾ ਰਹੇ ਸੋ ਕਿ ਮੇਰੇ ਵਾਲਿਦ ਸਾਹਿਬ ਨੇ ਕਿਹਾ ਕਿ ਇਹਨੂੰ ਅਸੀਂ ਉਹਨਾਂ ਦੇ ਸਪੁਰਦ ਕਰ ਦਈਏ, ਉਹਨਾਂ ਦੀ ਮੁਕੱਦਸ ਕਿਤਾਬ ਹੈ, ਜੀ ਜੀ। ਉਹਦਾ ਫਿਰ ਕੀ ਤਰੀਕਾ ਅਖਤਿਆਰ ਕੀਤਾ ਤੁਸੀਂ? ਉਹਨਾਂ ਨੇ ਆਪਣਾ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁੰਦੀ ਹੈ ਜੀ, ਉਹਨਾਂ ਨੂੰ ਇੱਕ ਖੱਤ ਲਿਖਿਆ ਜੀ। ਅੱਛਾ। ਉਹਦੇ ਵਿੱਚ ਆਪਣਾ ਉਹ ਜਦੋਂ ਖੱਤ ਲਿਖ ਕੇ ਉਹਨਾਂ ਨੇ ਕਿਹਾ ਕਿ ਮੈਂ ਇਹਨੂੰ ਸਪੁਰਦ ਕਰਨਾ ਚਾਹੁੰਦਾ ਜੀ। ਅੱਛਾ ਅੱਛਾ। ਉਹ ਫਿਰ ਬਲਕਿ ਉਹਨਾਂ ਨੇ ਬਹੁਤ ਸਾਰੇ ਜਿਹੜੇ ਸਿੱਖ ਕਮਿਊਨਿਟੀ ਦੇ ਲੋਕ ਸਨ, ਉਹਨਾਂ ਨੇ ਮੁxtਲਿਫ ਤਰ੍ਹਾਂ ਦੀ ਆਫਰਸ ਵੀ ਉਹਨਾਂ ਨੂੰ ਕਰੀਆਂ ਜੀ। ਅੱਛਾ। ਹਾਂ, ਲੇਕਿਨ ਉਹ ਚੁੱਕੇ ਉਹਨਾਂ ਨੇ ਇੱਕ ਇਹਤਰਾਮਨ ਜਾਂ ਅਕੀਦਤ ਨਾਲ ਰੱਖਿਆ ਸੀ, ਅਦਬ ਨਾਲ, ਹਾਂ। ਤੇ ਉਹ ਇਸ ਹਵਾਲੇ ਨਾਲ ਫਿਰ ਉਹ ਕਿਤਾਬ ਆਪਣਾ ਉਹਨਾਂ ਨੂੰ ਡੋਨੇਟ ਕਰੀ ਜੀ। ਉਹਨਾਂ ਨੇ ਆਫਰ ਕੀ ਕੀਤੀਆਂ? ਮਤਲਬ ਡਿਫਰੈਂਟ ਸਨ ਜੀ। ਮਤਲਬ ਉਹ ਕਹਿੰਦੇ ਸਨ ਕਿ ਤੁਸੀਂ ਇਹਨੂੰ ਰੱਖਣ ਵਾਸਤੇ ਕੋਈ ਮੁਲਾਜ਼ਮ ਰੱਖ ਲਵੋ, ਉਹਦੇ ਉੱਪਰ ਜੋ ਖਰਚਾ ਆਉਂਦਾ ਉਹ ਅਸੀਂ ਤੁਹਾਨੂੰ ਪੇ ਕਰਨੇ ਆ। ਅੱਛਾ। ਅਗਰ ਤੁਸੀਂ ਸਾਡੇ ਕੋਲ ਕੁਝ ਅਹਿਬਾਬ ਜਿਹੜੇ ਇੰਗਲੈਂਡ ਤੋਂ ਤਸ਼ਰੀਫ ਲੈਂਦੇ ਸਨ, ਕਹਿੰਦੇ ਸਨ ਤੁਸੀਂ ਇੰਗਲੈਂਡ ਆ ਜਾਓ ਸਾਡੇ ਕੋਲ, ਸਾਡੇ ਖਰਚੇ ਪਰ ਫੈਮਿਲੀ ਨਾਲ ਆਓ ਤੁਸੀਂ। ਤੇ ਉਹ ਲੇਕਿਨ ਉਹ ਚੂँकि ਉਹਨਾਂ ਦਾ ਮਕਸਦ ਨਹੀਂ ਸੀ ਹੈਗਾ, ਨਾ ਹੀ ਉਹ ਇਸ ਵਾਸਤੇ ਉਹਨਾਂ ਨੇ ਆਪਣਾ ਚੀਜ਼ ਜੀ। ਉਹਨਾਂ ਦੇ ਅੰਦਰ ਇੱਕ ਜਜ਼ਬਾ ਸੀ ਜੀ ਕਿ ਕਿਸੇ ਵੀ ਮਜ਼ਹਬ ਦੀ ਮੁਕੱਦਸ ਕਿਤਾਬ ਇਹਦੀ ਬੇਹੁਰਮਤੀ ਨਹੀਂ ਹੋਏ। ਬੜਾ ਵੱਡਾ ਕੰਮ ਕੀਤਾ ਜੀ ਉਹਨਾਂ ਨੇ। ਤੇ ਰਾਣਾ ਸਾਹਿਬ, ਤੁਹਾਡਾ ਕਾਕੜੇ ਦੇ ਬਾਰੇ ਤੁਸੀਂ ਇੱਕ ਵਾਰੀ ਦੱਸਿਆ ਸੀ ਕਿ ਉੱਥੋਂ ਦਾ ਇੱਕ ਬੜਾ ਨਾਮੀ ਗ੍ਰਾਮੀ ਆਦਮੀ ਹਿਸਟਰੀ 'ਚ ਉਹਦਾ ਜ਼ਿਕਰ ਹੁੰਦਾ, ਟੋਡਰ ਮੱਲ। ਮੇਰੇ ਖਿਆਲ 'ਚ ਬਰਲ ਉੱਥੇ ਜਿਹੜੇ ਮਸ਼ਹੂਰ ਬੰਦਾ ਆਪਣਾ ਜਿਹਦੀ ਵਜ੍ਹਾ ਤੋਂ ਪਾਰਟੀਸ਼ਨ ਦੇ ਵਿੱਚ ਦੱਸਦੇ ਨੇ ਜੀ, ਉਹ ਸਰਦਾਰ ਸੁਰਜੀਤ ਸਿੰਘ ਮੋਗਾ ਉੱਥੇ ਕੋਈ ਹੋਇਆ ਬੰਦਾ, ਉਹ ਉਸ ਲੜਾਈ ਝਗੜੇ ਦੇ ਵਿੱਚ ਆਪਣਾ ਉੱਥੇ ਉਹਦੀ ਆਪਣਾ ਕਾਫੀ ਇੱਥੇ ਗੱਲਾਂ ਹੁੰਦੀਆਂ ਸਨ ਜੀ। ਅੱਛਾ ਅੱਛਾ। ਉਹ ਤੁਹਾਡੇ ਪਿੰਡ ਦਾ ਸੀ? ਉਹ ਗਾਲਬਨ ਉੱਥੇ ਦਾ ਇਲਾਕੇ ਦਾ ਕੋਈ ਬੰਦਾ ਸੀ ਬੜਾ, ਲੇਕਿਨ ਉਸ ਲੜਾਈ 'ਚ ਉੱਥੇ ਉਹ ਆਪਣਾ ਮਰਿਆ ਜੀ, ਆਪਣਾ ਸ਼ਾਇਦ ਮੇ। ਅੱਛਾ, ਤੁਹਾਡੇ ਕਾਕੜੇ ਦੇ ਬੰਦੇ ਵੀ ਸੁਣਿਆ ਕਿ ਉਹਨਾਂ ਨਾਲ ਸਿੱਖਾਂ ਨਾਲ ਲੜਾਈ ਕੀਤੀ ਹੈ? ਹਾਂਜੀ, ਕਿਉਂਕਿ ਅਸੀਂ ਤਾਂ ਇਸ ਤਰ੍ਹਾਂ ਸੁਣਿਆ ਕਿ ਅਗਰ ਰੈਜ਼ਿਸਟੈਂਸ ਸਹੀ ਹੋਈ ਹੈ ਤਾਂ ਕਾਕੜੇ ਹੀ ਹੋਈ ਹੈ। ਅੱਛਾ ਅੱਛਾ। ਤੇ ਤੁਹਾਡੇ ਕਾਕੜੇ ਦੇ ਲੋਕ ਜਿਹੜੇ ਨੇ ਜੀ ਹੁਣ ਪਾਕਿਸਤਾਨ 'ਚ ਕਿੱਥੇ ਕਿੱਥੇ ਨੇ? ਇੱਥੇ ਕੁਛ ਫੈਮਲੀਜ਼ ਅਹਿਮਦਾਬਾਦ 'ਚ ਜ਼ਿਆਦਾ ਰਾਏਵਿੰਡ ਕੋਲ ਪਾਜੀਆਂ ਜੀ। ਅੱਛਾ। ਔਰ ਇसी तरह ਜਿਹੜੇ ਬਾਕੀ ਕੰਬੋਵ ਸਨ ਕਾਕੜੇ ਦੇ ਕਾਫੀ, ਉਹ ਕਬੀਰਵਾਲਾ ਖਾਨੇਵਾਲ ਦੇ ਜ਼ਿਲ੍ਹਾ 'ਚ ਜੀ। ਅੱਛਾ ਅੱਛਾ ਅੱਛਾ। ਇਸ ਤਰ੍ਹਾਂ ਡਿਫਰੈਂਟ ਕਾਫੀ ਬੜਾ ਗਾँव था ਕਾਕੜਾ ਜੀ। ਅੱਛਾ 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 ਜੀ, ਉਹ ਮੁxtਲਿਫ ਜਗ੍ਹਾ ਪਰ ਜੀ ਲੋਕ। ਤੁਸੀਂ ਫਿਰ ਤੁਹਾਡੀ ਫੈਮਿਲੀ ਜਿਹੜੀ ਹੈ ਪਾਰਟੀਸ਼ਨ ਤੋਂ ਬਾਅਦ ਸਿੱਧੀ ਇੱਥੇ ਆ ਗਏ, ਤੁਹਾਡੇ ਬਜ਼ੁਰਗਾਂ ਨੇ ਦੱਸਿਆ? हाँ जी, गुजरांवाला आए हैं जी, और फिर अहमदाबाद ही आके बैठे हैं जी। ਅੱਛਾ ਅੱਛਾ जी। ਬੜੀ ਮਿਹਰਬਾਨੀ ਰਾਣਾ ਸਾਹਿਬ, ਬੜਾ ਮੁਕੱਦਸ ਕੰਮ ਕੀਤਾ ਤੁਹਾਡੇ ਖਾਨਦਾਨ ਨੇ ਜੀ, ਬਹੁਤ ਮਿਹਰਬਾਨੀ। अस्सलाम वालेकुम। बस ਬੁਲਾਓ ਜੀ। ਅਸੀਂ ਜੀ ਸਿਆਲਵੀ ਸਾਹਿਬ ਨਾਲ ਗੱਲ ਕਰਨ ਲੱਗੇ ਹਾਂ। ਸਿਆਲਵੀ ਸਾਹਿਬ ਨੇ ਬੜਾ ਕੰਮ ਕੀਤਾ ਇੱਥੇ ਅਹਿਮਦਾਬਾਦ ਦੀ ਤਾਰੀਖ ਤੇ ਬੜੀਆਂ ਮਾਲੂਮਾਤ। ਸਿਆਲਵੀ ਸਾਹਿਬ ਨੇ ਜੀ ਬੜਾ ਕੰਮ ਕੀਤਾ ਹੈ ਅਹਿਮਦਾਬਾਦ ਦੀ ਤਾਰੀਖ ਤੇ। ਇਸ ਤੋਂ ਇਲਾਵਾ ਵੀ ਇਹਨਾਂ ਨੇ
ਹੋਰ ਵੀ ਮੌਜੂ ਜਿਹੜੇ ਨੇ ਉਹਨਾਂ 'ਤੇ ਵੀ ਬੜਾ ਕੰਮ ਕੀਤਾ ਹੈ। ਅਤੇ ਸਿਆਲਵੀ ਸਾਹਿਬ ਕੋਲੋਂ ਅਸੀਂ ਜਾਣਾਂਗੇ ਇਮਨਾਬਾਦ ਦੇ ਬਾਰੇ, ਪਾਕਿਸਤਾਨ ਬਣਨ ਤੋਂ ਪਹਿਲਾਂ ਇੱਥੇ ਕੀ ਪੋਜੀਸ਼ਨ ਸੀ, ਕੌਣ ਲੋਕ ਰਹਿੰਦੇ ਸਨ, ਕੀ ਉਹਨਾਂ ਦਾ ਸਟੇਟਸ ਸੀ, ਕਿਉਂਕਿ ਬੜਾ ਮਸ਼ਹੂਰ ਇਹ ਕਸਬਾ ਹੈ। ਅਤੇ ਸਿਆਲਵੀ ਸਾਹਿਬ ਕੋਲ ਇਹਦਾ ਪਿਛੋਕੜ ਵੀ ਪੁੱਛਾਂਗੇ ਜੀ। ਅਸਲਾਮ ਵਾਲੇਕੁਮ ਜੀ ਸਿਆਲਵੀ ਸਾਹਿਬ। ਜੀ ਵਾਲੇਕੁਮ ਰਹਿਮਤੁਲਾਹ। ਤੁਹਾਡਾ ਇਸਮ ਮੁਬਾਰਕ ਕੀ ਜੀ ਸਿਆਲਵੀ ਸਾਹਿਬ? ਮੇਰਾ ਅਸਲ ਨਾਮ ਜੀ ਅਬਦੁਰਰਹਿਮਾਨ ਅਦੀਮ ਸਿਆਲਵੀ ਮੇਰਾ ਤਖੱਲਸ ਹੈ ਜੀ। ਅੱਛਾ ਅੱਛਾ ਸ਼ਾਇਰੀ ਵੀ ਕਰੀ ਦੀ ਹੈ। ਅੱਛਾ ਉਰਦੂ, ਪੰਜਾਬੀ, ਨਾਤ, ਮਈਆ, ਅੱਛਾ ਅੱਛਾ। ਮੁਖਤਲਿਫ ਅਸਨਾਫ ਵਿੱਚ। ਅਤੇ ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਹੈ? ਹਾਜੀ ਮੁਹੰਮਦ ਰਮਜ਼ਾਨ ਸਾਹਿਬ ਰੇਲਵੇ ਸਨ ਜੀ ਮੇਰੇ ਵਾਲ ਸਾਹਿਬ। ਅੱਛਾ। ਅੱਲਾਹ ਪਾਕ ਉਹਨਾਂ ਦੇ ਦਰਜਾਤ ਬੁਲੰਦ ਕਰੇ, ਅੱਲਾਹ ਪਿਆਰੇ ਹੋ ਗਏ। ਤੁਸੀਂ ਤੁਹਾਡੀ ਫੈਮਿਲੀ ਕਦੀਮ ਇਮਨਾਬਾਦ ਦੀ ਰਹਿਣ ਵਾਲੀ? ਸਾਡੇ ਵਡਕੇ ਜਿਹੜੇ ਨੇ ਜੀ ਰਹਿਣ ਵਾਲੇ ਤੇ ਅਸੀਂ ਇੱਥੋਂ ਦੇ ਜੰਬਲ ਹੈਗੇ ਜੀ। ਜੀ। ਅਤੇ ਇਸ ਹਵਾਲੇ ਨਾਲ ਥੋੜ੍ਹੀ ਆਵਾਜ਼ ਵੀ ਉੱਚੀ ਜ਼ਰਾ ਰੱਖੋ। ਕੁਝ ਬਜ਼ੁਰਗਾਂ ਦੇ ਕੋਲੋਂ ਕੁਛ ਰਵਾਇਤ ਜਿਹੜੀ ਸੀਨਾ ਗਜ਼ਰ ਜਿਹਨੂੰ ਕਹਿੰਦੇ ਨੇ ਉਹਨਾਂ ਦੇ ਕੋਲੋਂ ਰਵਾਇਤ ਸੁਣਦੇ ਜਿਹੜੇ ਸਨ। ਜੀ। ਮੈਂ ਜਿਸ ਵਕਤ ਮੈਨੂੰ ਜੁਸਤਜੂ ਹੋਈ ਕਿ ਮੈਂ ਇਮਨਾਬਾਦ ਦੇ ਹਵਾਲੇ ਨਾਲ ਕੁਛ ਥੋੜ੍ਹਾ ਮਾਲੂਮਾਤਾਂ ਇਕੱਠੀਆਂ ਕਰਨੀਆਂ ਚਾਹੀਦੀਆਂ ਨੇ। ਇਬਤਦਾਸ਼ 'ਤੇ ਜੀ ਮੈਂ ਉਹ ਕੁਛ ਮਾਲੂਮਾਤਾਂ ਇਕੱਠਾ ਕਰਨਾ ਸ਼ੁਰੂ ਕੀਤੀ। ਫਿਰ ਮੈਂ ਕਿਹਾ ਯਾਰ ਨਹੀਂ, ਇਸ ਤਰ੍ਹਾਂ ਨਹੀਂ, ਬਾਕਾਇਦਾ ਲਾਇਬ੍ਰੇਰੀਆਂ 'ਚ ਜਾ ਕੇ ਫਿਰ ਮੈਂ ਕੁਤਬ ਤੋਂ ਸਾਰਾ ਜਿਹੜਾ ਮਵਾਦ ਜਿਹੜਾ ਸੀ ਇਕੱਠਾ ਕੀਤਾ। ਅੱਛਾ। ਉਹ ਪੰਜਾਬ ਲੈਵਲ 'ਤੇ ਜਿਤਨੀਆਂ ਕਿਤਾਬਾਂ ਲਿਖੀਆਂ ਗਈਆਂ ਸਾਰੀਆਂ 'ਚੋਂ, ਉਸ ਤੋਂ ਇਲਾਵਾ ਤਾਰੀਖ ਦੀਆਂ ਜਿਤਨੀਆਂ ਕਿਤਾਬਾਂ ਨੇ, ਮੁਤਬਰ ਨਾਮ ਜਿਹੜੇ ਨੇ ਆਉਂਦੇ ਨੇ ਤਾਰੀਖ ਦੇ ਵਿੱਚ। ਅੱਛਾ ਜੀ। ਪੰਜਾਬ ਦੀ ਸਤ੍ਹਾ 'ਤੇ ਉਹ ਤੁਸੀਂ ਬਖੂਬੀ ਇਸ ਚੀਜ਼ ਤੋਂ ਆਸ਼ਨਾ ਹੋਵੋਗੇ ਜੀ। ਪੰਜਾਬ ਦੀ ਸਤ੍ਹਾ 'ਤੇ ਬੂਟੇ ਸ਼ਾਹ ਦੀ ਤਾਰੀਖ ਹੈ, ਕਨ੍ਹਈਆ ਲਾਲ ਦੀ ਤਾਰੀਖ ਹੈ, ਸੈਯਦ ਅਬਦੁਲ ਲਤੀਫ ਸ਼ਾਹ ਸਾਹਿਬ ਦੀ, ਮੁੱਲਾ ਕੰਬੋਹ ਦੀ, ਅਬਦੁਲ ਲਤੀਫ ਸ਼ਾਹ ਸਾਹਿਬ ਦੀ, ਜੀ ਜੀ, ਦੀਗਰ ਕੁਤਬ ਦਾ ਹਵਾਲਾ ਦਿੱਤਾ ਜਾ ਸਕਦਾ। ਜੀ ਜੀ। ਉਸ ਤੋਂ ਇਲਾਵਾ ਤਾਰੀਖ ਫਰਿਸ਼ਤਾ ਦਾ ਵੀ ਤੁਸੀਂ ਹਵਾਲਾ ਮਜ਼ਕੂਰ ਇਹਦੇ 'ਚ, ਇਸ ਹਵਾਲੇ ਦੇ ਇਮਨਾਬਾਦ ਦਾ ਜ਼ਿਕਰ ਉਹਦੇ 'ਚ ਵੀ ਮੌਜੂਦ ਹੈ। ਅੱਛਾ ਜੀ। ਇਹ ਸਾਨੂੰ ਦੱਸੋਗੇ ਤੁਸੀਂ ਜਿੰਨੀਆਂ ਕਿਤਾਬਾਂ ਤਾਰੀਖੀ ਦੱਸੀਆਂ ਨੇ ਉਹਨਾਂ ਦਾ ਤੁਸੀਂ ਮਤਾਲਿਆ ਕੀਤਾ ਹੈ, ਬੜੀ ਜਸਤਜੂ ਕੀਤੀ ਹੈ ਇਹਦੀ ਤਾਰੀਖ ਦੇ ਬਾਰੇ, ਸਾਨੂੰ ਜ਼ਰਾ ਦੱਸੋਗੇ ਕਿ ਇਹਦੇ ਵਜੂਦ ਜਿਹੜਾ ਇਹ ਆਬਾਦ ਕਦੋਂ ਹੋਇਆ, ਕੋਈ ਹੈ ਜੀ ਮਾਲੂਮ? ਜੀ ਇਹਦੇ 'ਚ ਕੋਈ ਸ਼ਕੂਕ ਸ਼ੁਬਾਤ ਵਾਲੀ ਬਾਤ ਨਹੀਂ। ਜਿਹੜੀ ਬਾਤ ਕਿਤਾਬਾਂ 'ਚ ਲਿਖੀ ਹੈ ਮੈਂ ਜੀ ਉਹ ਤੁਹਾਡੇ ਨਾਲ ਬਾਤ ਮੈਂਸ਼ਨ ਕਰਾਂਗਾ। ਜੀ ਜੀ। ਇਹ ਇਲਾਕਾ ਜੀ ਕਬਲ ਮਸਜਿਦ ਆ। ਅੱਛਾ। ਇੱਕ ਰਵਾਇਤ ਕਿ ਹਜ਼ਰਤ ਆਦਮ अलैहिस्सलाम ਦੇ ਇੱਕ ਸਾਹਿਬਜ਼ਾਦੇ ਇੱਥੇ ਲੇਟੇ ਨੇ। ਅੱਛਾ ਜੀ। ਮੇਰੇ ਇੱਕ ਦੋਸਤ ਨੇ ਮੈਨੂੰ ਉਹਨਾਂ ਕਿਹਾ ਜੀ ਮੈਂ ਤੁਹਾਨੂੰ ਸਾਰਾ ਮਾਲੂਮਾਤ ਦਿਆਂਗਾ, ਉਹਨਾਂ ਦੇ ਇੱਥੇ ਮਜ਼ਾਰ ਹੈਗਾ। ਅੱਛਾ। ਉਸ ਤੋਂ ਇਲਾਵਾ ਨੂਹ अलैहिस्सलाम ਦੇ ਇੱਕ ਨਵਾਸੇ ਨੇ ਔਰ ਭਤੀਜੇ ਨੇ ਸ਼ਾਬਾਸ਼ अलैहिस्सलाम, ਉਹਨਾਂ ਦਾ ਵੀ ਮਜ਼ਾਰ ਇੱਥੇ ਵੇ। ਅੱਛਾ। ਗਿਰਦੋਨਵਾਦ ਦੇ ਵਿੱਚ 40 ਤੋਂ ਜ਼ਾਇਦ ਅੰਬੀਆ ਕਰਾਮ ਲੇਟੇ ਨੇ ਜੀ ਠੀਕ। ਅਤੇ ਉਹਨਾਂ ਦੇ ਮਜ਼ਾਰਾਤ ਜਿੱਥੇ ਜਿੱਥੇ ਨੇ ਮੈਂ ਆਪਣੀ ਕਿਤਾਬ ਦੇ ਵਿੱਚ ਇੰਸ਼ਾਅੱਲਾ ਜ਼ਰੂਰ ਉਹ ਹਵਾਲਾ ਦਿਆਂਗਾ ਜੀ। ਅੱਛਾ। ਔਰ ਨਾਲ ਤਸਵੀਰਾਂ ਹੋਣਗੀਆਂ। ਉਹ ਕਿਤਾਬ ਅਜੇ ਲਿਖ ਰਹੇ ਹੋ? ਕਿਤਾਬ ਮੇਰੇ ਵਰਕ ਮੁਕੰਮਲ ਪਿਆ ਜੀ। ਉਹ ਕੁਛ ਵਜੂਹਾਤ ਦੀ ਵਜ੍ਹਾ ਤੋਂ ਹਾਲੇ ਨਾ ਉਹ ਮੰਜ਼ਰ ਆਮ 'ਤੇ ਨਹੀਂ ਆ ਸਕੀ। ਅੱਛਾ ਸ਼ੈਰਿਫ ਸਾਹਿਬ, ਜਦੋਂ ਇਹ ਵਜੂਦ 'ਚ ਆ ਗਿਆ, ਇਹ ਆਬਾਦ ਹੋ ਗਿਆ, ਤੁਹਾਡੀ ਜਿੰਨੀ ਮਾਲੂਮਾਤ ਹੈ ਤੁਸੀਂ ਕਿਤਾਬਾਂ ਤੋਂ ਲਈ ਹੈ, ਇਸ ਸ਼ਹਿਰ ਨੂੰ ਆਬਾਦ ਕਰਨ ਵਾਲੇ ਅਤੇ ਇਹਦੇ ਨੂੰ ਫਿਰ ਜਿਹੜੀ ਰਾਜਧਾਨੀ ਜਾਂ ਇਹਦੀ ਹੁਕਮਰਾਨੀ ਦਾ ਸਿਲਸਿਲਾ ਕਰਨ ਵਾਲੇ ਉਹ ਕੌਣ ਲੋਕ ਨੇ? ਦੇਖੋ ਜੀ, ਇਬਤਦਾ ਜਿੱਥੋਂ ਹਵਾਲਾ ਲਵੋ ਨਾ, ਨੂਹ अलैहिस्सलाम ਦੇ ਦੌਰ ਦੇ ਵਿੱਚ ਇਹ ਕਬਲ ਮਸੀਹ ਦਾ ਯਾਨੀ ਕਿ ਹਵਾਲਾ ਦੇ ਰਿਹਾ ਮੈਂ ਤੁਹਾਨੂੰ। ਨੂਹ अलैहिस्सलाम ਦੇ ਦੌਰ ਦੇ ਵਿੱਚ ਇਹ ਇਲਾਕਾ ਜਿਹੜਾ ਸੀ ਸਾਰਾ ਕੋਹ ਜੂਦੀ ਦੇ ਜ਼ੇਰੇ ਅਸਰ ਸੀ। ਅੱਛਾ। ਅਤੇ ਫਿਰ ਮੁਖਤਲਿਫ ਅਦਵਾਰ ਦੇ ਵਿੱਚ ਜੋਗਰਾਫੀਆਈ ਤਬਦੀਲੀਆਂ ਰੂਨਮਾ ਹੁੰਦੀਆਂ ਰਹੀਆਂ ਨੇ ਜੀ। ਤੁਸੀਂ ਇਸ ਤੋਂ ਬਖੂਬੀ ਆਸ਼ਨਾ ਹੋਵੇ, ਤੁਹਾਡੇ ਇਲਮ 'ਚ ਅੱਛੇ ਤਰੀਕੇ ਨਾਲ ਇਲਮ ਹੈ ਬਾਤ ਤੁਹਾਡੇ 'ਚ ਜੀ ਕਿ ਜੋਗਰਾਫੀਆਈ ਤਬਦੀਲੀਆਂ ਮੁਖਤਲਿਫ ਅਦਵਾਰ 'ਚ ਰੂਨਮਾ ਹੁੰਦੀਆਂ ਰਹੀਆਂ। ਮਿਸਾਲ ਦੇ ਤੌਰ 'ਤੇ ਇਬਤਦਾ 'ਚ ਇਹ ਇਲਾਕਾ ਕੋਹ ਜੂਦੀ ਦੇ ਜ਼ੇਰੇ ਅਸਰ ਸੀ। ਕੋਹ ਜੂਦੀ ਜਦੋਂ ਦੁਨੀਆ ਦਾ ਹੈੱਡ ਆਫਿਸ ਸੀ।